ਵਾਹਿਗੁਰੂ ਸਾਹਿਬ ਜੀ। ਸਤਿਰੂਪ ਸਤਿਨਾਮ ਸਤ ਸੰਤੋਖ ਧਰ ਉਰ ਆਦਿ ਪੁਰਖ ਪਰਤਖ ਲਿਖਿਓ ਅਛਰ ਮਸਤਕ ਧੁਰ ਪ੍ਰਗਟ ਜੋਤ ਜਗਮਗੈ ਤੇਜ ਭੂ ਮੰਡਲ ਛਾਇਓ ਪਾਰਸ ਪਰਸ 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 ਗੁਰ ਗੁਰੂ ਕਹਾਇਓ ਭਨ ਮਥੁਰਾ ਮੂਰਤ ਸਦਾ ਥਿਰ ਲਾਏ ਚਿਤ ਸਨਮੁਖ ਰਹੋ ਕਲ ਜੁਗ ਜਹਾਜ ਅਰਜੁਨ ਗੁਰੂ ਸਗਲ ਸ੍ਰਿਸ਼ਟ ਲਗ ਬੇਤਰੋ। ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਚਵਰ ਛਤਰ ਦੇ ਮਾਲਕ ਗੱਦੀ ਤੇ ਬਿਰਾਜਮਾਨ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੇ ਪਾਵਨ ਹਜ਼ੂਰੀ ਅੰਦਰ ਜਿੱਥੇ ਅਸੀਂ ਸਾਰੇ ਸਰੀਰ ਕਰਕੇ ਬੈਠੇ ਹਾਂ, ਤਨ ਕਰਕੇ ਆਓ ਮਨ ਦਾ ਟਿਕਾ ਬਣਾਈਏ। ਜਿੱਥੇ ਤਨ ਹੈ ਲਿਆਈਏ ਮਨ, ਕਰੀਏ ਸੁਰਤੀਆਂ ਬਿਰਤੀਆਂ ਇਕਾਗਰ, ਕਰੀਏ ਰਸਨਾ ਨੂੰ ਸਫਲਾ, ਕੋਈ ਵੀ ਰਸਨਾ ਵਾਂਝੀ ਨਾ ਰਹਿ ਜਾਵੇ। ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਕਲ ਜੁਗ ਜਹਾਜ ਅਰਜੁਨ ਗੁਰੂ, ਇਹ ਭੱਟ ਮਥੁਰਾ ਜੀ ਦੇ ਰਸਨਾ ਤੋਂ ਉਚਾਰਨ ਹੋਇਆ ਸ਼ਬਦ ਆਪਾਂ ਗੁਰੂ ਕੇ ਕੀਰਤਨੀਆਂ ਪਾਸੋਂ ਸਰਵਣ ਕੀਤਾ। ਭੱਟ ਮਥੁਰਾ ਜੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਕੀ ਦਰਸਾ ਰਹੇ ਨੇ ਕਿ ਕਲ ਯੁੱਗ ਵਿੱਚ ਗੁਰੂ ਅਰਜਨ ਸਾਹਿਬ ਮਾਨੋ ਕੇ ਜਹਾਜ਼ ਨੇ, ਤੇ ਜੋ ਇਸ ਜਹਾਜ਼ ਦਾ ਸਹਾਰਾ ਲਏਗਾ ਭਵ ਸਾਗਰ ਤੋਂ ਹੀ ਪਾਰ ਹੋਏਗਾ। ਆਰੰਭ ਇਸ ਸ਼ਬਦ ਦੀ ਰਮਤਾ ਇਹ ਹੈ ਸਤ ਰੂਪ ਸਤਨਾਮ। ਅੱਜ ਹਰਗੋਬਿੰਦ ਸਾਹਿਬ ਮਹਾਰਾਜ ਦੇ ਗੁਰਤਾ ਗੱਦੀ ਦੇ ਵੀ ਦਿਨ ਨੂੰ ਮਨਾਇਆ ਜਾ ਰਿਹਾ ਹੈ। ਮੈਂ ਥੋੜ੍ਹਾ ਜਿਹਾ ਪੱਖ ਇਹ ਵੀ ਰੱਖਣਾ ਹੈ, ਸਤ ਕੀ ਤੇ ਸਤਾ ਕੀ, ਮੇਰੀ ਤੇ ਪੀਰੀ ਕੀ, ਮੀਰੀ ਕੀ ਤੇ ਪੀਰੀ ਕੀ, ਸਤ ਕੀ ਤੇ ਸਤਾ ਕੀ। ਸਤ ਇਹ ਹੈ ਜੋ ਅੰਦਰੂਨੀ ਅਸੀਂ ਪ੍ਰਮਾਤਮਾ ਦਾ ਸਿਮਰਨ ਕਰਦੇ ਹਾਂ, ਜਿਸ ਨੂੰ ਅਸੀਂ ਕਹਿੰਦੇ ਹਾਂ ਆਦ ਸੱਚ ਜੁਗਾਦ ਸੱਚ। ਸਤ, ਸਤ ਤੋਂ ਜੇ ਇਹਦੇ ਅਰਥ ਕਰੀਏ ਕਿ ਸਾਡਾ ਆਚਰਣ, ਕਰੈਕਟਰ। ਸਤ ਦੇ ਅਰਥ ਕਰੀਏ ਕਿ ਜਿਹੜੇ ਭਾਰਤ ਵਰਸ਼ ਵਿੱਚ ਸਤ ਦੇ ਨਾਲ ਸਾਨੂੰ ਬਹੁਤਾ ਜੋੜਿਆ ਗਿਆ ਸੀ, ਸਤ ਨਾਲ ਜੁੜੇ, ਪਰ ਨਿਰੇ ਸਤ ਦੇ ਨਾਲ ਵੀ ਗੱਲ ਨਹੀਂ ਸੀ ਬਣਦੀ। ਸਤ ਦੇ ਨਾਲ ਸੱਤਾ ਦੀ ਵੀ ਲੋੜ ਹੈ। ਸੱਤਾ ਕੀ ਹੈ? ਅੱਜ ਵੋਟਾਂ ਪੈਂਦੀਆਂ ਨੇ ਤੇ ਹਰ ਕੋਈ ਮਨੁੱਖ ਜਿਹੜਾ ਰਾਜ ਸੱਤਾ ਦੀ ਆਸ਼ਾ ਰੱਖਦਾ ਹੈ ਕਿ ਮੇਰੇ ਹੱਥ ਵਿੱਚ ਸੱਤਾ ਹੋਵੇ, ਬਾਹਰ ਦਾ ਰਾਜ ਭਾਗ ਹੋਵੇ।
ਜਿੱਥੇ ਸਾਨੂੰ ਆਤਮਾ ਦੀ ਖੁਰਾਕ ਦੀ ਲੋੜ ਹੈ, ਜਿੱਥੇ ਸਾਨੂੰ ਸਿਮਰਨ ਦੀ ਲੋੜ ਹੈ, ਬੰਦਗੀ ਦੀ ਲੋੜ ਹੈ, ਉੱਥੇ ਸਾਨੂੰ ਆਤਮਾ ਜਿਹੜੀ ਹੈ ਇਹ ਪ੍ਰਮਾਤਮਾ ਦੇ ਨਾਮ ਦੇ ਖੁਰਾਕ ਦੇ ਨਾਲ ਸੁਰਜੀਤ ਰਹਿੰਦੀ ਹੈ। ਆਤਮਾ ਜਿਹੜੀ ਹੈ ਇਹ ਪ੍ਰਮਾਤਮਾ ਦੇ ਨਾਮ ਦੇ ਨਾਲ ਬਲਵਾਨ ਹੁੰਦੀ ਹੈ। ਆਤਮਾ ਨੂੰ ਲੋੜ ਹੈ ਪ੍ਰਮਾਤਮਾ ਦੇ ਨਾਮ ਦੀ। ਸਤ ਤੇ ਸਤਾ ਹੈ ਬਾਹਰ ਦਾ ਜਿਹੜਾ ਸਾਡਾ ਆਰਥਿਕ ਪੱਖ ਹੈ। ਹੁਣ ਅੰਦਰ ਦੇ ਸਤ ਹੈ, ਪਰ ਜੇ ਸਾਡੇ ਕੋਲ ਬਾਹਰ ਦੀ ਆਰਥਿਕ ਪੱਖੋਂ ਅਸੀਂ ਕਮਜ਼ੋਰ ਆ, ਜੇ ਸੱਤਾ ਨਹੀਂ ਆ ਤੇ ਉਹ ਸਤ ਨੂੰ ਵੀ ਟਿਕਣ ਨਹੀਂ ਦੇਣਾ, ਸਤ ਨੂੰ ਵੀ ਭੰਗ ਕਰ ਦਿੱਤਾ ਜਾਂਦਾ। ਕਿਉਂਕਿ ਕਵੀ ਦੇ ਇੱਕ ਸ਼ਾਇਰ ਦੇ ਬੋਲ ਨੇ, ਰਾਜ ਬਿਨਾ ਨਹਿ ਧਰਮ ਚਲੈ ਹੈ, ਧਰਮ ਬਿਨਾ ਸਭ ਦਲੈ ਮਲੈ। ਜੇ ਰਾਜ ਨਹੀਂ ਹੈ, ਸੱਤਾ ਨਹੀਂ ਹੈ ਨਾ, ਤੇ ਸਤ ਨੂੰ ਵੀ ਭੰਗ ਕਰ ਦਿੱਤਾ ਜਾਂਦਾ, ਸਤ ਨੂੰ ਟਿਕਣ ਨਹੀਂ ਦਿੱਤਾ ਜਾਂਦਾ। ਅੰਦਰ ਦਾ ਸਤ ਬਾਣੀ ਨਾਲ, ਸਿਮਰਨ ਨਾਲ, ਤੇ ਬਾਹਰ ਦਾ ਜਿਹੜੀ ਸੱਤਾ ਹੈ ਉਹ ਹਥਿਆਰ ਦੇ ਨਾਲ। ਹੁਣ ਮੈਂ ਕਿੱਥੇ ਲੈ ਕੇ ਜਾਣਾ ਹੈ ਸ਼ਬਦ? ਹੁਣੇ ਆਪਾਂ ਇਹ ਸ਼ਬਦ ਸੁਣੇ ਨੇ, ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ। ਮੈਂ ਇਹਨਾਂ ਤਿੰਨਾਂ ਸ਼ਬਦਾਂ ਦੇ ਪੱਖ ਰੱਖਣੇ ਨੇ ਹਰਗੋਬਿੰਦ ਸਾਹਿਬ ਮਹਾਰਾਜ, ਜੋ ਸਤ ਤੇ ਸੱਤਾ ਦੇ ਨਾਲ ਸਾਨੂੰ ਜੋੜਦੇ ਨੇ। ਮੀਰੀ ਤੇ ਪੀਰੀ ਦੀ ਗੱਲ ਜਿੱਥੇ ਹੁੰਦੀ ਹੈ, ਅਸੀਂ ਪੜ੍ਹਦੇ ਹਾਂ ਨਾ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋ ਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ। ਉਹ ਕਿਹਦੀ ਗੱਲ ਕਰ ਰਹੇ ਨੇ? ਭਾਈ ਗੁਰਦਾਸ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ। ਵੱਡ ਜੋਧਾ, ਉਹ ਜੋਧਾ ਵੀ ਹੈ। ਹਰਗੋਬਿੰਦ ਸਾਹਿਬ ਮਹਾਰਾਜ ਪਰਉਪਕਾਰੀ ਵੀ ਨੇ ਤੇ ਸੂਰਮੇ ਵੀ ਨੇ। ਆਪਾਂ ਤੁਲਸੀਦਾਸ ਦੇ ਲਫ਼ਜ਼ ਪੜ੍ਹਦੇ ਨੇ ਆ ਨਾ, ਜਨਨੀ ਜਣੇ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਾਹੀਂ ਤਾਂ ਜਨਨੀ ਬਾਂਝ ਰਹੇ, ਕਾਹੇ ਗਵਾਵੇ ਨੂਰ। ਜੇ ਇਹ ਗੁਣ ਵੇਖਣੇ ਹੋਣ ਤੇ ਹਰਗੋਬਿੰਦ ਸਾਹਿਬ ਮਹਾਰਾਜ ਵਿੱਚ ਵੇਖੇ ਜਾ ਸਕਦੇ ਨੇ। ਜੇ ਪਰਉਪਕਾਰ ਦੀ ਗੱਲ ਕਰੀਏ ਤੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੜੇ ਵੱਡੇ ਪਰਉਪਕਾਰੀ ਨੇ। ਜੇ ਯੋਧੇ ਦੀ ਗੱਲ ਕਰੀਏ ਤੇ ਹਰਗੋਬਿੰਦ ਸਾਹਿਬ ਮਹਾਰਾਜ 4 ਜੰਗਾਂ ਲੜਦੇ ਨੇ, 4 ਜੰਗਾਂ ਦੇ ਵਿੱਚ ਉਹਨਾਂ ਨੂੰ ਸਫਲਤਾ ਮਿਲਦੀ ਹੈ। ਜੇ ਸੂਰਮੇ ਦੀ ਗੱਲ ਕਰੀਏ ਤੇ ਹਰਗੋਬਿੰਦ ਸਾਹਿਬ ਮਹਾਰਾਜ ਉਹ ਸੂਰਮੇ ਨੇ ਜਿਸ ਨੂੰ ਅੱਜ ਦੇ ਸ਼ਬਦ ਵਿੱਚ ਆਪਾਂ ਹੁਕਮਨਾਮੇ ਵਿੱਚ ਪੜ੍ਹ ਰਹੇ ਹਾਂ, ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ। ਸੂਰਮਾ ਉਹ ਹੈ ਜਿਹੜਾ ਜੰਗ ਵਿੱਚ ਨਿਰਾ ਨਹੀਂ, ਜਿਹੜਾ ਆਤਮਿਕ ਪੱਖੋਂ ਵੀ ਬਲਵਾਨ ਹੋਵੇ, ਦੋਵੇਂ ਪੱਖੋਂ, ਆਰਥਿਕ ਪੱਖੋਂ ਤੇ ਆਤਮਿਕ ਪੱਖੋਂ। ਮੇਰੇ ਸਾਹਿਬ ਜੀ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਪ੍ਰਥਾਏ ਆਪਾਂ ਸ਼ਬਦ ਸੁਣ ਰਿਹਾ, ਸਤ ਰੂਪ ਸਤ ਨਾਮ ਸਤ ਸੰਤੋਖ ਧਰ ਔਰ ਸਤ ਤੇ ਸਤਾ। ਸੱਤਾ ਦਾ ਜਿਹੜਾ ਸਰੂਪ ਹੈ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਜਦੋਂ ਆਪ ਦੀ ਸ਼ਹਾਦਤ, ਜਦੋਂ ਅਸੀਂ ਸ਼ਹੀਦੀ ਦੀ ਗੱਲ ਕਰਦੇ ਹਾਂ, ਸ਼ਹਾਦਤ ਦੇਣ ਲਈ ਗੁਰੂ ਅਰਜਨ ਸਾਹਿਬ ਮਹਾਰਾਜ ਤੁਰਦੇ ਨੇ ਤੇ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਆਪ ਜਦੋਂ ਦੇਣ ਲੱਗਦੇ ਨੇ, ਤੇ ਉਦੋਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ ਜਦੋਂ ਗੁਰਿਆਈ ਤਿਲਕ ਲਾਉਂਦੇ ਨੇ ਨਾ, ਤੇ ਉਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪ੍ਰਥਾਏ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਹਰਗੋਬਿੰਦ ਦੀ ਬਾਹਾਂ ਪਕੜਾਈ, ਭਾਈ ਗੁਰਦਾਸ ਨੂੰ ਪਾਸ ਬਿਠਾਇਆ। ਭਾਈ ਗੁਰਦਾਸ ਜੀ ਪਾਸ ਬੈਠੇ ਨੇ। ਹਰਗੋਬਿੰਦ ਸਾਹਿਬ ਮਹਾਰਾਜ ਨੂੰ ਜਦੋਂ ਗੁਰਤਾ ਗੱਦੀ ਦਿੱਤੀ ਜਾਂਦੀ ਹੈ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਉਦੋਂ ਕੀ ਕਹਿੰਦੇ ਨੇ? ਧਿਆਨ ਦਿਆ ਜੀ, ਸਾਡਾ ਲੱਗੇਗਾ ਸੀਸ ਇਹ ਨਿਸ਼ਚਾ ਆਇਆ। ਭਾਈ ਗੁਰਦਾਸ ਜੀ ਨੂੰ, ਬਾਬਾ ਬੁੱਢਾ ਜੀ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਸਾਡਾ ਲੱਗੇਗਾ ਸੀਸ ਇਹ ਨਿਸ਼ਚਾ ਆਇਆ। ਹੁਣ ਸਾਡਾ ਸੀਸ ਲੱਗਣਾ ਹੈ, ਭਾਵ ਅਸੀਂ ਸੀਸ ਦੇਣ ਲਈ ਲਾਹੌਰ ਜਾਣਾ ਹੈ, ਇਹ ਗੱਲ ਨਿਸ਼ਚਾ ਹੈ। ਅਸਾਂ ਹੋਇਆ ਤੁਰਕਾਂ ਵਿੱਚ ਜਾਣਾ,
हुण सानू तुरकां विच जाना है, ओना करनी है हुज्जत, तुसां दबाबे विच करना टिकाणा। ये बंसावली नामे विच लिखिया है। जदों गुरु हरगोबिंद साहब जी नूं गुरता गद्दी दित्ती जाती है, क्या तुसां दबाबे विच करना टिकाणा। जदों ये गल कही ना, शरीर है छुटना संसा नहीं कोई, रजाए खवंद दी है इस तरह होई। खवंद तो भाव है रब दी रजा है, ये रब दा भाना है, जिस तरह होना है ये उवें ही होना है। शरीर छुटना है, शीस असीं देना है। ते नाल ही मेरे सतगुरु गुरु हरगोबिंद साहब जी नूं गुरु अर्जन साहब महाराज, बाबा बुढ़ा जी, भाई गुरदास जी दे पास बैठे ने सारे सिख सन्मुख नाल ने, ते उदों हदायत कर रहे ने, पुत्र जी अगला समा बड़ा करड़ा आउणा। अगला जिहड़ा समा है ना, वो बड़ा करड़ा आउणा है, क्योंकि सतगुरु गुरु अर्जन साहब महाराज ये मुगलों के तुर्कां दुष्टां दे जिहड़े मकसद सन, उन्हां नूं भाप चुके सन। ते हरगोबिंद साहब जी नूं ये कहना चाहुंदे ने भी असीं हुण शांतमई शहादत देनी है। कहण तो भाव ये सी कि असीं मुड़ के आउणा नहीं, असीं अपने शरीर दा ठिकरा फोड़ देना है। पर जदों असीं शांतमई शहादत देवांगे, ते शांतमई शहादत देण दे नाल इन्हां पशु बिरतियां वालियां दे मनां दे विच जे तब्दीली ना आई, ते फिर इउं होवेगा जिवें किसी मारन वाले पशु दे सामने जंगली पशु दे सामने, सिंगां वाले दे सामने बंदा लम्मा पै जावे ते ओह ढुੱਡ मारी जावे, सिंग मारी जावे, पशु ते पशु है, उन्होंने कोई फर्क नहीं है। ते जे इन्हां दी पशुआं वाली बिरती दे विच कोई तब्दीली ना आई, ते मेरे पातशाह हरगोबिंद साहब महाराज नूं कह रहे ने, तुसीं फिर जिन्हों असीं रोज़ पढ़दे आ ना, दो तलवारी बद्धियां, एक मीरी दी एक पीरी दी। भाई जैते नाम दे एक सिख ने गुरु अर्जन साहब महाराज नूं कहा सी, पातशाह तुसीं तलवारां क्यों नहीं धारण करदे। ते पातशाह गुरु अर्जन साहब महाराज ने समा आया, कहा सी असीं धारण करांगे, असीं 6वें जामे विच धारण करांगे। मैं तलवार किया है क्योंकि इत्थे ढाडी नथमल ने यह गाया है, दो तलवारी बद्धियां, एक मीरी दी एक पीरी दी। पर जदों ये गुरु के सिख गुरु दे कोल आउंदी है, तलवार नहीं रह जाती, एक किरपान बन जाती है। तलवार ते किरपान दी जिहड़ी शेप इक्को जी हुंदी है। किरपान दा भाव यह है किरपा प्लस आन, किसी मजलूम की रखिया लई ते जरवाणे की भख्या लई ये म्यान विचों निकलदी है। तलवार उन्हों कहिंदे ने तल धरती प्लस वार, जिहड़ा धरती उत्ते डिगे दे उत्ते ये वार करदी है, वो तलवार बनदी है। जदों धरती ते डिगे होए ते भी चलदी है ना, मजलूम ते चलदी है, मासूम ते चलदी है, किसी अवला दे उत्ते चल जाती है ते तलवार अखवाउंदी है। पर जो मजलूम ते मसलूम दी अवला दी रखिया लई जदों म्यान चों निकलदी है ते किरपान अखवाउंदी है। धन गुरु ग्रंथ साहब महाराज नूं आपां हुण मत्था टेकिया, सारियां ने वेखिया है। जिथे गुरु ग्रंथ साहब दा प्रकाश है, भगती दी गल है, गुरु ग्रंथ साहब महाराज दी बाणी विच उत्थे सामने असीं शस्त्र रखे हुए ने, किरपानां रखियां ने, खंडा भी पिया है, किन्ने शस्त्र पए ने। मतलब की है इन्हां दा मीनस की है कि जिथे भगती है ना, उत्थे नाल शक्ति दी भी लोड़ है। जिहड़ी निरी भगती है वो अंदर दे साडे अंदर नूं सवारदी है। हाँ, ते अंदर निरा सवारिया गल नहीं बनती, बाहर नूं भी सवारना है। जे बाहर नहीं सवारिया तो अंदर सवारे का कोई लाभ नहीं होता। क्यों कि जिथे असी लोक ते परलोक की गल करते हैं, लोक साडा किहड़ा है ते परलोक किहड़ा है, जिन्हों गुरु गोबिंद सिंह साहब महाराज ने कहा सी अंदर भगती ते बाहर शक्ति। जे बाहर निरी शक्ति है, अंदर भगती नहीं है, तो फिर जरवाना बन गया।
ਜੇ ਨਿਰੀ ਬਾਹਰ ਅੰਦਰ ਭਗਤੀ ਹੈ ਤੇ ਬਾਹਰ ਸ਼ਕਤੀ ਨਹੀਂ ਤੇ ਫਿਰ ਕਾਇਰ ਬਣਨਾ ਪਿਆ। ਜੇ ਕਈ ਸਾਲ ਕਈ ਹਜ਼ਾਰ ਸਾਲ ਭਾਰਤ ਵਰਸ਼ ਗੁਲਾਮ ਰਹਿੰਦਾ ਤੇ ਗੁਲਾਮੀ ਦਾ ਕਾਰਨ ਹੀ ਇਹ ਸੀ ਕਿ ਕਿਆ ਸੀ ਕੋਟੀ ਹੂੰ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਧਾਇਆ ਥਾਨ ਮੁਕਾਮ ਜਲੇ ਬਿਜ ਮੰਦਰ ਮੁਸ਼ ਮੁਸ਼ ਕੋਇਰ ਰਵਾਇਆ। ਕਿਆ ਸੀ ਵੀ ਅਸੀਂ ਭਗਤੀ ਨਾਲ ਅਸੀਂ ਭਗਤੀ ਨਾਲ ਹੀ ਜਾਂ ਸਿਮਰਨ ਨਾਲ ਜਾਂ ਮਾਲਾ ਦੇ ਘੁਮਾਉਣ ਦੇ ਨਾਲ ਹੀ ਆਏ ਹੋਏ ਜਰਵਾਣੇ ਆਏ ਹੋਏ ਹੁਕਮਰਾਨ ਨੂੰ ਅਸੀਂ ਮੋੜ ਦਿਆਂਗੇ। ਪਰ ਜਰਵਾਣਾ ਆਇਆ, ਬਾਬਰ ਆਇਆ ਤੇ ਉਹਨੇ ਤੋਪਾਂ ਚਲਾਈਆਂ, ਉਹਨੇ ਗੋਲੇ ਚਲਾਏ, ਉਹਨੇ ਬੰਦੂਕਾਂ ਚਲਾ ਦਿੱਤੀਆਂ, ਨਿਰੇ ਮੰਤਰਾਂ ਨਾਲ ਕੁਝ ਨਹੀਂ ਹੋਇਆ। ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਆਪ ਆ ਕੇ ਜਾਂਦੇ ਨੇ, ਮੇਰੇ ਲਾਲ ਜੀ ਜਿੱਥੇ ਭਗਤੀ ਹੈ ਉੱਥੇ ਹੁਣ ਸ਼ਕਤੀ ਵੀ ਵਰਤਣੀ ਹੈ। ਭਗਤੀ ਤੇ ਸ਼ਕਤੀ ਵੇਖੋ, ਗੁਲਾਬ ਹੁੰਦਾ ਹੈ, ਗੁਲਾਬ ਦੇ ਨਾਲ ਕੰਡੇ ਵੀ ਹੁੰਦੇ ਨੇ। ਗੁਲਾਬ ਦਾ ਫੁੱਲ ਜਿਹੜਾ ਹੈ ਕਿੰਨਾ ਸੌਫਟ ਹੈ, ਕਿੰਨਾ ਸੁੰਦਰ ਹੈ, ਪਰ ਉਹਦੀ ਰਾਖੀ ਲਈ ਕੰਡੇ ਲੱਗੇ ਹੋਏ ਨੇ। ਭਾਈ ਗੁਰਦਾਸ ਜੀ ਇਹ ਕਹਿੰਦੇ ਨੇ, ਖੇਤੀਵਾੜ ਜੋ ਢਿੰਗਰੀ ਕਿੱਕਰ ਆਸ ਪਾਸ ਜੋ ਬਾਗੈ, ਸੱਪ ਪਲੇਟੈ ਚੰਨਣੇ ਬੂਹਾ ਜੰਦਾ ਕੁੱਤਾ ਜਾਗੈ। ਜੇ ਕਿਸਾਨ ਨੇ ਕਿਰਸਾਨੀ ਕੀਤੀ ਹੈ, ਖੇਤੀ ਕੀਤੀ ਹੈ, ਤੇ ਉਹਨੂੰ ਵਾੜ ਕਰਨ ਦੀ ਵੀ ਲੋੜ ਹੈ। ਤੇ ਜੇ ਵਾੜ ਨਹੀਂ ਕੀਤੀ ਜਾਏਗੀ ਤੇ ਕੋਈ ਵੀ ਆ ਕੇ ਉਸ ਖੇਤ ਨੂੰ ਉਜਾੜ ਜਾਏਗਾ, ਕੋਈ ਵੀ ਆ ਕੇ ਲਤਾੜ ਦੇਗਾ। ਇਸ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਹੀ ਕਿਹਾ ਸੀ ਕਿ ਭਗਤੀ ਦੇ ਨਾਲ ਸ਼ਕਤੀ, ਜਿੱਥੇ ਸੱਤ ਹੈ ਉੱਥੇ ਸੱਤਾ ਦੀ ਵੀ ਲੋੜ ਹੈ। ਤੇ ਨਿਰੀ ਸੱਤਾ ਜਿਹੜੀ ਹੈ ਉਹ ਸੱਤ ਦੇ ਬਿਨਾ ਨਹੀਂ ਚੱਲਦੀ, ਤੇ ਜਿਹੜਾ ਸੱਤ ਹੈ ਉਹ ਸੱਤਾ ਤੋਂ ਬਿਨਾ ਨਹੀਂ ਚੱਲਦਾ। ਹੁਣ ਦੋਵਾਂ ਚੀਜ਼ਾਂ ਨੂੰ ਗੁਰੂ ਸਾਹਿਬ ਜੀ ਨੇ ਜਦੋਂ ਆਪ ਸ਼ਹਾਦਤ ਦੇਣ ਲਈ ਜਾਂਦੇ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਇਹ ਬਚਨ ਕਹਿੰਦੇ ਨੇ। ਤਾਂ ਹੀ ਭਾਈ ਗੁਰਦਾਸ ਜੀ ਨੇ ਕਿਹਾ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਹੁਤ ਵੱਡੇ ਯੋਧੇ ਨੇ, ਬਹੁਤ ਵੱਡੇ ਸੂਰਮੇ ਨੇ। ਜਦੋਂ ਸਤਿਗੁਰੂ ਜੀ ਦੋ ਭਗਤੀ ਤੇ ਸ਼ਕਤੀ ਦਾ ਮੇਲ ਕਰਾਉਂਦੇ ਨੇ ਨਾ, ਤੇ ਉਦੋਂ ਫਿਰ ਸਤਿਗੁਰੂ ਨੇ ਸਿੰਘ ਸਜਾਉਣੇ, ਸ਼ਸਤਰਧਾਰੀ ਬਣਾਉਣੇ ਸ਼ੁਰੂ ਕਰ ਦਿੱਤੇ। ਕਿਆ ਸ਼ਸਤਰ ਕੇ ਅਧੀਨ ਹੈ ਰਾਜ? ਜਿਹੜਾ ਰਾਜ ਹੈ ਨਾ ਉਹ ਸ਼ਸਤਰਾਂ ਦੇ ਅਧੀਨ ਹੈ। ਜਿਹੜੀ ਸੱਤਾ ਹੈ ਨਾ, ਆ ਜਿਹੜੀਆਂ ਹੁਣ ਕੰਟਰੀਆਂ ਨੇ ਬੜੇ ਬੜੇ ਟੈਂਕ, ਬੜੀਆਂ ਬੜੀਆਂ ਤੋਪਾਂ ਖਰੀਦਦੀਆਂ ਨੇ, ਇਹਦੇ ਉੱਤੇ ਆਰਮੀ ਤੇ ਇੰਨਾ ਖਰਚਾ ਕੀਤਾ ਜਾਂਦਾ ਹੈ। ਕਾਹਦੇ ਲਈ? ਆਪਣੀ ਸੱਤਾ ਨੂੰ, ਆਪਣੇ ਰਾਜ, ਆਪਣੇ ਕੰਟਰੀ ਨੂੰ ਉਹਦੀ ਰੱਖਿਆ ਕਰਨ ਲਈ। ਇਸੇ ਤਰ੍ਹਾਂ ਮੇਰੇ ਪਾਤਸ਼ਾਹ ਨੇ ਕਿਹਾ ਹੈ, ਸ਼ਸਤਰਨ ਕੇ ਅਧੀਨ ਹੈ ਰਾਜ, ਜੋ ਨਾ ਧਰੈ ਤਿਸ ਬਿਗੜੈ ਕਾਜ। ਜਿਹੜਾ ਸ਼ਸਤਰ ਨਹੀਂ ਨਾ ਧਾਰਨ ਕਰੇਗਾ ਉਹਦਾ ਕਾਜ ਵਿਗੜ ਜਾਏਗਾ। ਭਾਵ ਕਿਉਂ ਸ਼ਸਤਰਾਂ ਦੇ ਅਧੀਨ ਰਾਜ ਹੈ। ਜੇ ਰਾਜ ਲੈਣਾ ਹੈ ਤੇ ਸ਼ਸਤਰ ਧਾਰਨ ਕਰਨੇ ਪੈਣਗੇ। ਜੇ ਰਾਜ ਲੈਣਾ ਹੈ ਤੇ ਇਸ ਨੂੰ ਬਰਕਰਾਰ ਰੱਖਣਾ ਹੈ ਤੇ ਸ਼ਸਤਰ ਧਾਰਨ ਕਰਨੇ ਪੈਣਗੇ। ਜਬ ਹਮਰੇ ਦਰਸ਼ਨ ਕੋ ਆਵੋ ਬਾਨਸ ਚੇਤ ਤਨ ਸ਼ਸਤਰ ਸੁਜਾਵੋ। ਹੁਣ ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਐਲਾਨ ਕਰ ਦਿੱਤਾ, ਜਦੋਂ ਸਾਡੇ ਦਰਸ਼ਨਾਂ ਲਈ ਤੁਸੀਂ ਆਵੋ ਨਾ, ਤਨ ਤੇ ਸ਼ਸਤਰ ਸਜਾ ਕੇ, ਸ਼ਸਤਰ ਧਾਰੀ ਹੋ ਕੇ ਤੇ ਸੁਚੇਤ ਹੋ ਕੇ ਆਵੋ, ਤੇ ਘੋੜੇ ਤੇ ਸਵਾਰ ਹੋ ਕੇ ਆਵੋ। ਪਹਿਲਾਂ ਪਿੰਡਾਂ ਵਿੱਚ, ਨਗਰਾਂ ਦੇ ਵਿੱਚ, ਕਿਸੇ ਪਿੰਡ ਵਿੱਚ ਕਿਸੇ ਨੇ, ਬਾਹਰ ਦੇ ਮਨੁੱਖ ਨੇ ਘੋੜੀ ਤੇ ਸਵਾਰ ਹੋ ਕੇ ਜਾਣਾ ਤੇ ਪਿੰਡ ਵਾਲਿਆਂ ਨੇ ਇਹ ਗੱਲ ਕਹਿ ਦੇਣੀ ਵੀ ਸਾਡੇ ਪਿੰਡ ਵਿੱਚ ਘੋੜੀ ਤੇ ਸਵਾਰ ਹੋ ਕੇ ਕਿਵੇਂ ਆਇਆ। ਉਸ ਸਮੇਂ ਘੋੜੀ ਤੇ ਸਵਾਰ ਹੋਣਾ ਜਾਂ ਸ਼ਸਤਰਧਾਰੀ ਹੋਣਾ ਆਮ ਮਨੁੱਖ ਵਾਸਤੇ ਬਹੁਤ ਹੀ ਔਖੀ ਗੱਲ ਸੀ। ਜਾਂ ਘਰ ਦਾ ਥੜਾ ਉੱਚਾ ਰੱਖਣਾ, ਇਹ ਵੀ ਸਮੇਂ ਦੀ ਹਕੂਮਤ ਨੇ ਮਨਾ ਕਰ ਦਿੱਤਾ ਸੀ। ਪੱਗ ਬੰਨਣੀ, ਇਹਦੇ ਉੱਤੇ ਵੀ ਰੋਕ ਲੱਗੀ ਹੋਈ ਸੀ। ਜਦੋਂ ਅਸੀਂ ਨੱਥਾ ਤੇ ਅਬਦੁੱਲਾ ਕਹਿੰਦੇ ਨੇ ਨਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਵੀ ਪੱਗ ਤੇਰੀ ਕੀ ਜਹਾਂਗੀਰ ਦੀ, ਇਹ ਢਾਡੀ ਜਦੋਂ ਗਾਉਂਦੇ ਨੇ, ਪੱਗ ਤੇਰੀ ਕੀ ਜਹਾਂਗੀਰ ਦੀ ਦੇ ਵਿੱਚ ਕੀ ਹੈ ਕਿ ਜਹਾਂਗੀਰ ਦੀ ਵੀ ਪੱਗ ਬੰਨਦਾ ਹੈ, ਮੂੰਹ ਤੇ ਦਾੜਾ ਉਹਨੇ ਵੀ ਰੱਖਿਆ, ਕੇਸ ਉਹਨੇ ਵੀ ਰੱਖੇ ਹੋਏ ਸਨ।
ਬਹੁਤੇ ਜਿਹੜੇ ਰਿਸ਼ੀ ਮੁਨੀ ਸਨ, ਲੋਕ ਪਹਿਲਾਂ ਕੇਸ ਨਹੀਂ ਸੀ ਕਤਲ ਕਲਾਉਂਦੇ, ਦਾੜੇ ਆਦਿਕ ਰੱਖਦੇ ਸਨ। ਹੁਣ ਕਿਹਾ ਪੱਗ ਤੇਰੀ ਕੀ ਜਹਾਂਗੀਰ ਦੀ, ਕੀ ਜਹਾਂਗੀਰ ਦੀ ਪੱਗ ਦਾ ਕੱਪੜਾ ਮਾੜਾ ਸੀ? ਨਹੀਂ। ਕਿ ਜਹਾਂਗੀਰ ਦੀ ਪੱਗ ਦੇ ਵਿੱਚ ਹੀਰੇ ਜਵਾਹਰਾਤ ਜਾਂ ਅਮਰੋਟਰੀ ਨਹੀਂ ਸੀ ਹੋਈ? ਨਹੀਂ, ਸਭ ਕੁਝ ਉਹਦੇ ਕੋਲ ਸੀ। ਪਰ ਜਹਾਂਗੀਰ ਦੀ ਪੱਗ ਦੇ ਪਿੱਛੇ ਕਿਰਦਾਰ ਮਾੜਾ ਹੈ। ਕਿਰਦਾਰ ਮਾੜਾ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਜਿਹੜੀ ਦਸਤਾਰ ਹੈ ਉਹ ਕਿਰਦਾਰ ਦਰਸਾਉਂਦੀ ਹੈ। ਜਦੋਂ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਦਰਬਾਰ ਸਾਹਿਬ ਦੀ ਸਿਰਜਣਾ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਤੇ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ ਗੁਰਤਾ ਗੱਦੀ ਨੂੰ ਪ੍ਰਾਪਤ ਕਰਦੇ ਨੇ, ਤੇ ਜਿੱਥੇ ਅੱਜ ਅਕਾਲ ਤਖਤ ਹੈ ਨਾ, ਇੱਥੇ ਕੱਚਾ ਥੜਾ ਹੁੰਦਾ ਸੀ। ਕੱਚੇ ਥੜੇ ਤੇ ਹਰਗੋਬਿੰਦ ਸਾਹਿਬ ਬੈਠਦੇ ਨੇ। ਸਿੰਘ ਸ਼ਸਤਰਧਾਰੀ ਅਤੇ ਸਰੀਰ ਕਰਕੇ ਬਲਵਾਨ ਆਪਸ ਵਿੱਚ ਪਾਤਸ਼ਾਹ ਦੇ ਸਨਮੁਖ ਸਾਹਮਣੇ ਉਹ ਘੁਲਦੇ ਸਨ, ਜ਼ੋਰ ਅਜ਼ਮਾਇਸ਼ ਕਰਾਉਂਦੇ ਸਨ। ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪ, ਤੁਸੀਂ ਵੇਖ ਸੁਣਿਆ ਹੈ ਸਾਰਾ, ਵੀ ਇੱਕ ਮੁਸਲਮਾਨ ਹੈ ਜਿਹੜਾ ਜਿਹਨੂੰ ਆਪ ਪਾਲਿਆ, ਜਿਹਨੂੰ ਆਪ ਖਵਾਇਆ, ਦੁੱਧ ਮੱਖਣਾ ਤੇ ਮਠਾਈਆਂ ਚਟਾਈਆਂ, ਤੇ ਪਾਤਸ਼ਾਹ ਆਪ ਉਹਦੇ ਨਾਲ ਜ਼ੋਰ ਕਰਿਆ ਕਰਦੇ ਸਨ, ਜ਼ੋਰ ਜਮਾਇਆ ਕਰਦੇ ਸਨ। ਤਾਕਤ ਆਪਣੀ ਹਿਸ਼ਟ ਪੁਸ਼ਟ ਰੱਖਣ ਲਈ ਸਰੀਰ ਨੂੰ। ਪਰ ਧਿਆਨ ਦਿਆ ਜੇ, ਸਾਡੇ ਅੱਜ ਵੀ ਹੈ ਤੇ ਉਦੋਂ ਵੀ ਹੈ। ਕਈ ਵਾਰੀ ਐਸਾ ਅਸੀਂ ਵੇਖਦੇ ਹਾਂ ਕਿ ਭਾਰਤ ਵਰਸ਼ ਦੇ ਵਿੱਚ ਬੋੜ ਦਾ ਦੁੱਧ ਸਿਰ ਵਿੱਚ ਪਾ ਕੇ ਲੰਮੀਆਂ ਜੜਾਵਾਂ ਬਣਾ ਕੇ 12-12 ਧੂਣੀਆਂ ਤਖਾ ਕੇ ਆਪਣੇ ਤਨ ਨੂੰ ਡੈਮੇਜ ਕਰ ਦਿੱਤਾ, ਸਾੜ ਦਿੱਤਾ। ਪਰ ਨਹੀਂ, ਇਹ ਜਿਹੜਾ ਤਨ ਹੈ, ਜਿਹੜਾ ਸਰੀਰ ਹੈ ਨਾ, ਜੇ ਕਰੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲੋਂ ਪੁੱਛੀਏ ਨਾ, ਤੇ ਉਹ ਕਹਿੰਦੇ ਨੇ ਇਹ ਤਨ ਇੱਕ ਸਾਧਨ ਹੈ, ਸਰੀਰ ਇੱਕ ਸਾਧਨ ਹੈ। ਤੇ ਸਾਧਨ ਜਿਹੜਾ ਬਿਲਕੁਲ ਠੀਕ ਠਾਕ ਹੋਣਾ ਚਾਹੀਦਾ ਹੈ। ਜੇ ਸਾਧਨ ਖਰਾਬ ਹੋ ਗਿਆ ਤੇ ਤੁਹਾਨੂੰ ਮੰਜ਼ਿਲ ਤੇ ਨਹੀਂ ਪਹੁੰਚਾਏਗਾ। ਇਹ ਤਨ ਇੱਕ ਸਾਧਨ ਹੈ ਮਨੁੱਖ ਨੂੰ ਰੱਬ ਤੱਕ ਪਹੁੰਚਾਉਣ ਵਾਸਤੇ। ਰੱਬ ਨੂੰ ਸਿਮਰਨਾ ਹੈ ਤੇ ਮਨ ਦੇ ਨਾਲ ਸਿਮਰਨਾ ਹੈ। ਤਨ ਨੂੰ ਹਿਸ਼ਟ ਪੁਸ਼ਟ ਰੱਖਣ ਵਾਸਤੇ ਹਰਗੋਬਿੰਦ ਸਾਹਿਬ ਮਹਾਰਾਜ ਵੀ ਖਡੂਰ ਸਾਹਿਬ ਘੋਲਾਂ ਕਰਾਇਆ ਕਰਦੇ ਸਨ, ਜ਼ੋਰ ਕਰਵਾਇਆ ਕਰਦੇ ਸਨ। ਨਸ਼ਿਆਂ ਤੋਂ ਮੁਕਤ ਰੱਖਣ ਵਾਸਤੇ, ਨਸ਼ਿਆਂ ਤੋਂ ਦੂਰ ਰੱਖਣ ਵਾਸਤੇ ਇਹ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇੱਕ ਕੱਚਾ ਥੜਾ ਦਰਬਾਰ ਸਾਹਿਬ ਦੇ ਸਾਹਮਣੇ ਹੈ, ਉੱਥੇ ਬੈਠਦੇ ਨੇ ਤੇ ਘੋਲਾ ਕਰਾਉਂਦੇ ਨੇ, ਜ਼ੋਰ ਅਜ਼ਮਾਇਸ਼ ਹੁੰਦੀ ਹੈ। ਸਮਾਂ ਚੱਲਦਾ ਗਿਆ। ਸਤਿਗੁਰੂ ਜੀ ਦੇ ਕੋਲ ਜਦੋਂ ਸਤਿਗੁਰਾਂ ਨੇ ਕਿਹਾ ਸੀ ਨਾ, ਜਬ ਹਮਰੇ ਦਰਸ਼ਨ ਕੋ ਆਵੋ ਬਨੋ ਸਚੇਤ ਤਨ ਸ਼ਸਤਰ ਸਜਾਵੋ, ਸਿੱਖ ਫਿਰ ਸ਼ਸਤਰਧਾਰੀ ਹੋ ਕੇ ਆਉਣ ਲੱਗ ਪਏ। ਸਤਿਗੁਰੂ ਜੀ ਫਿਰ ਸ਼ਸਤਰਾਂ ਦਾ ਅਭਿਆਸ ਕਰਾਉਂਦੇ ਨੇ, ਸ਼ਸਤਰਾਂ ਨੂੰ ਚਲਾਉਣਾ ਸਿਖਾਉਂਦੇ ਨੇ। ਕਈ ਵਾਰੀ ਸਾਡੇ ਘਰਾਂ ਵਿੱਚ ਸ਼ਸਤਰ ਹੁੰਦੇ ਨੇ ਪਰ ਸਾਨੂੰ ਅਭਿਆਸ ਨਹੀਂ ਹੁੰਦਾ, ਸਾਨੂੰ ਸ਼ਸਤਰ ਚਲਾਉਣ ਲੱਗਿਆ ਅਭਿਆਸ ਨਹੀਂ। ਤੇ ਕਈ ਵਾਰੀ ਸਾਡੇ ਸਿਆਣੇ ਬਜ਼ੁਰਗ ਵੀ ਕਹਿ ਦਿੰਦੇ ਨੇ, ਪੁੱਤਰ ਕਿਰਪਾਨ ਮਿਆਨ ਚੋਂ ਨਾ ਕੱਢੀ, ਕਿਰਪਾਨ ਮਿਆਨ ਚੋਂ ਕੱਢੇਗਾ ਤੇ ਲਹੂ ਮੰਗਦੀ ਹੈ। ਹੁਣ ਮੈਂ ਇੱਕ ਨਿੱਕੀ ਜਿਹੀ ਗੱਲ ਕਹਿਣਾ, ਜੇ ਕਿਰਪਾਨ ਚੋਂ ਮਿਆਨ ਵਿੱਚੋਂ ਕਿਰਪਾਨ ਨਿਕਲੇ ਤੇ ਅਸੀਂ ਇੰਨਾ ਹੀ ਬੱਚੇ ਨੂੰ ਡਰਾ ਦਈਏ ਲਹੂ ਮੰਗਦੀ ਹੈ, ਤੇ ਜੇ ਕਿਤੇ ਲੋੜ ਪੈ ਜਾਵੇ, ਉਹਨੂੰ ਸ਼ਸਤਰ ਚਲਾਉਣ ਦੇ ਸਮਾਂ ਆ ਜਾਵੇ, ਤੇ ਉਹ ਤੇ ਪਹਿਲਾਂ ਡਰੇਗਾ ਕਿਤੇ ਲਹੂ ਮੰਗਦੀ ਹੈ। ਕਿਰਪਾਨ ਮਿਆਨ ਚੋਂ ਨਹੀਂ ਕੱਢਣੀ, ਕਿਉਂਕਿ ਲਹੂ ਮੰਗਦੀ ਹੈ। ਲਹੂ ਨਾ ਮੇਰਾ ਨਿਕਲ ਜਾਵੇ ਜਾਂ ਕਿਸੇ ਦਾ ਨਾ ਉਹ ਨਿਕਲ ਜਾਵੇ, ਉਹ ਤੇ ਡਰਿਆ ਰਹੇਗਾ। ਜੇ ਉਹ ਕਿਰਪਾਨ ਮਿਆਨ ਚੋਂ ਨਹੀਂ ਕੱਢੇਗਾ ਤੇ ਮਾਰ ਖਾ ਜਾਏਗਾ। ਜਦੋਂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਗੁਰਤਾ ਗੱਦੀ ਦਿੰਦੇ ਨੇ ਨਾ, ਉਦੋਂ ਕਿਹਾ ਹਰਗੋਬਿੰਦ ਸਾਹਿਬ ਨੂੰ, ਕਿਰਪਾਨ ਚੋਂ ਮਿਆਨ ਚੋਂ ਕਿਰਪਾਨ ਕੱਢੋ ਤੇ ਆਪਣੀ ਉਂਗਲੀ ਦੇ ਉੱਤੇ ਵਾਰ ਕਰੋ। ਇਹ ਪ੍ਰਿੰਸੀਪਲ ਸਤਬੀਰ ਸਿੰਘ ਨੇ ਲਿਖਿਆ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਸੇ ਵੇਲੇ ਕਿਰਪਾਨ ਮਿਆਨ ਚੋਂ ਕੱਢਦੇ ਨੇ ਤੇ ਆਪਣੀ ਉਂਗਲੀ ਉੱਤੇ ਵਾਰ ਕਰਨ ਲੱਗਦੇ ਨੇ, ਤੇ ਗੁਰੂ ਅਰਜਨ ਸਾਹਿਬ ਮਹਾਰਾਜ ਰੋਕਦੇ ਨੇ, ਠਹਿਰੋ। ਕਹਿਣ ਦਾ ਭਾਵ ਸੀ ਕਿ ਮਨੋਬਲ, ਜਿਹੜਾ ਮਨੋਬਲ ਹੈ ਨਾ, ਉਹ ਸਾਡਾ ਉੱਚਾ ਲੈਵਲ ਹੋਣਾ ਚਾਹੀਦਾ। ਮਨੋਬਲ ਜਿਹੜਾ ਹੈ ਉਹ ਸਾਡਾ ਕਮਜ਼ੋਰ ਨਹੀਂ ਹੋਣਾ ਚਾਹੀਦਾ। ਮਨੋਬਲ, ਵਿਲ ਪਾਵਰ ਜਿਹੜੀ ਹੈ ਸਾਡੀ ਡਾਊਨ ਨਹੀਂ ਹੋਣੀ ਚਾਹੀਦੀ। ਜੇ ਸਾਡਾ ਮਨੋਬਲ ਕਮਜ਼ੋਰ ਹੋ ਗਿਆ, ਹਾਥੀ ਦਾ ਵੀ ਮਨੋਬਲ ਕਮਜ਼ੋਰ ਹੋ ਜਾਂਦਾ ਹੈ। ਜਦੋਂ ਮਹਾਵਤ ਉਹਨੂੰ ਫੜਦਾ ਹੈ ਨਾ, ਉਹਨੂੰ ਸੰਗਲਾਂ ਨਾਲ ਜਾਂ ਇੱਕ ਸੰਗਲੀ ਮਾਰ ਦੇਵੇ, ਪੈਰਾਂ ਨਾਲ ਬੰਨ੍ਹ ਦੇਵੇ, ਤੇ ਉਹ ਬੜੀ ਤਾਕਤਵਰ ਹੁੰਦਾ। ਉਹ ਸੰਗਲੀ ਨਾਲ ਹੀ ਖਲੋਤਾ ਰਹਿੰਦਾ, ਮਾੜਾ ਜਿਹਾ ਸੰਗਲ ਹੁੰਦਾ ਉਹਦੇ ਨਾਲ ਖਲੋਤਾ ਰਹਿੰਦਾ। ਜੇ ਕਿਧਰੇ ਉਹਨੂੰ ਪਤਾ ਹੋਵੇ ਤੇ ਸੰਗਲ ਮੇਰੇ ਸਾਹਮਣੇ ਕੁਝ ਵੀ ਨਹੀਂ ਹੈ, ਉਹ ਮਾਰੇ ਝਟਕਾ ਤੇ ਤੋੜ ਦੇਵੇ।
ਇਸੇ ਤਰ੍ਹਾਂ ਜਦੋਂ ਮਨੁੱਖ ਦਾ ਮਨੋਬਲ ਕਮਜ਼ੋਰ ਕਰ ਦਿੱਤਾ ਜਾਂਦਾ ਹੈ, ਉਹਨੂੰ ਇਹ ਮਹਿਸੂਸ ਕਰਵਾ ਦਿੱਤਾ ਜਾਂਦਾ ਹੈ ਤੇਰੇ ਕੋਲੋਂ ਕੁਝ ਹੋ ਹੀ ਨਹੀਂ ਸਕਦਾ, ਤੇ ਉਹ ਆਪਣੇ ਆਪ ਨੂੰ ਮਨੋਬਲ ਕਮਜ਼ੋਰ ਹੋਣ ਕਰਕੇ, ਵਿਲ ਪਾਵਰ ਘੱਟ ਹੋਣ ਕਰਕੇ ਉਹ ਆਪਣੇ ਆਪ ਨੂੰ ਬਹੁਤ ਕਮਜ਼ੋਰ ਸਮਝ ਬੈਂਦਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਮਨੁੱਖਤਾ ਦੇ ਵਿੱਚ ਉਹ ਰੂਹ ਭਰ ਦਿੱਤੀ, ਉਹ ਰੂਹ ਫੂਕ ਦਿੱਤੀ ਕਿ ਜਿਹੜਾ ਮਨੋਬਲ ਕਮਜ਼ੋਰ ਬਣ ਕੇ ਬੈਠੇ ਸਨ ਉਹਨਾਂ ਨੂੰ ਭਗਤੀ ਤੇ ਸ਼ਕਤੀ ਦਾ ਸੁਮੇਲ ਕਰਾ ਦਿੱਤਾ। ਕਿਆ ਜਿੱਥੇ ਭਗਤੀ ਦੀ ਲੋੜ ਹੈ ਉੱਥੇ ਸ਼ਕਤੀ ਦੀ ਲੋੜ ਹੈ। ਜਿੱਥੇ ਆਤਮਾ ਨੂੰ ਖੁਰਾਕ ਪਰਮਾਤਮਾ ਦੇ ਨਾਮ ਦੀ ਲੋੜ ਹੈ, ਉੱਥੇ ਆਰਥਿਕ ਪੱਖੋਂ ਵੀ ਸਾਨੂੰ ਬਾਹਰ ਪੱਖੋਂ ਵੀ ਕਮਜ਼ੋਰ ਨਹੀਂ ਰਹਿਣਾ। ਬਾਹਰ ਪੱਖੋਂ ਵੀ ਸਾਨੂੰ ਹਥਿਆਰਬੰਦ ਸ਼ਸਤਰਬੰਦ ਹੋ ਕੇ ਸਾਨੂੰ ਤਿਆਰ ਹੋਣ ਦੀ ਲੋੜ ਹੈ। ਇਹ ਨਾ ਹੋਵੇ ਕਿ ਜਿਵੇਂ ਕੋਈ ਮਾਲੀ ਬਾਗ ਲਾਉਂਦਾ ਹੈ, ਬਾਗ ਲਾਵੇ ਪਰ 4 ਚੁਫੇਰੇ ਵਾੜ ਨਾ ਕਰੇ। ਜੇ ਬਾਗ ਲਾਇਆ ਹੈ ਤੇ 4 ਚੁਫੇਰੇ ਜਦੋਂ ਬਾਗ ਲਾਇਆ ਜਾਂਦਾ, ਖਾਈਆਂ ਪੁੱਟੀਆਂ ਜਾਂਦੀਆਂ ਨੇ, ਖਾਈ ਪੁੱਟ ਕੇ ਉਹਦੇ ਵਿੱਚ ਪਾਣੀ ਛੱਡ ਦਿੱਤਾ ਜਾਂਦਾ ਕਿ ਵਿੱਚੋਂ ਕੋਈ ਲੰਘ ਕੇ ਨਾ ਆਵੇ, ਫਿਰ ਅੱਗੇ ਤਾਰ ਲਾ ਦਿੱਤੀ ਜਾਂਦੀ, ਫਿਰ ਅੱਗੇ ਕੰਡੇ ਲਾ ਦਿੱਤੇ ਜਾਂਦੇ ਨੇ ਕਿ ਇਸ ਬਾਗ ਨੂੰ ਕੋਈ ਉਜਾੜ ਨਾ ਸਕੇ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਬਾਗ ਹੈ, ਉਹਦੇ ਉੱਤੇ ਵਾਰ-ਵਾਰ ਅਟੈਕ ਹੋਣੇ ਨੇ, ਇਹਨੂੰ ਕੋਈ ਉਜਾੜੇ ਨਾ। ਪਰ ਜੇ ਬਾਗ ਤੇ ਲਾਇਆ ਹੈ ਪਰ ਉਸ ਨੂੰ ਵਾੜ ਨਹੀਂ ਕੀਤੀ ਤੇ ਉਹ ਅੱਜ ਵੀ ਉਜੜਿਆ ਏ ਤੇ ਕੱਲ ਵੀ ਉਜੜਿਆ ਪਿਆ ਏ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਘੋੜ ਦੌੜ ਕਰਾਉਂਦੇ ਨੇ, ਸ਼ਸਤਰਾਂ ਦਾ ਅਭਿਆਸ ਕਰਾਉਂਦੇ ਨੇ, ਇਹ ਸਮੇਂ ਦੀ ਹਕੂਮਤ ਨੂੰ ਚੰਗਾ ਨਹੀਂ ਲੱਗਦਾ, ਕਿਉਂਕਿ ਜਿਹੜੇ ਇਹ ਸੱਤ ਦੀ ਗੱਲ ਇੱਥੇ ਹੁੰਦੀ ਸੀ ਤੇ ਵਿੱਚੋਂ ਹੀ ਕੰਨਾਂ ਵਿੱਚ ਆਵਾਜ਼ਾਂ ਆਉਣ ਲੱਗ ਪਈਆਂ। ਗੁਰੂ ਨਾਨਕ ਸਾਹਿਬ ਮਹਾਰਾਜ, ਗੁਰੂ ਅੰਗਦ, ਗੁਰੂ ਅਮਰਦਾਸ ਮਹਾਰਾਜ ਨੇ ਤੇ ਮਾਲਾ ਹੱਥ ਵਿੱਚ ਫੜੀ, ਪਰ ਇਹਨਾਂ ਨੇ ਭਗਉਤੀ ਫੜ ਲਈ ਹੈ। ਜਦੋਂ ਇਹ ਮਨ ਵਿੱਚ ਕਈਆਂ ਦੇ ਫੁਰਨੇ ਫੁਰਨ ਲੱਗ ਪਏ, ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਦਸ਼ਾਹ ਵੀ ਨੇ, ਪਾਤਸ਼ਾਹ ਵੀ ਨੇ, ਤੇ ਉਹ ਸੈਨਿਕ ਰੱਖਦੇ ਨੇ ਤੇ ਜਾ ਰਹੇ ਨੇ। ਇੱਕ ਕੋਈ ਦਰਵੇਸ਼ ਸਾਈਂ ਮਿਲਿਆ, ਇਸਲਾਮ ਦਾ ਮੁਸਲਮਾਨ ਹੋਵੇਗਾ। ਉਹਨੇ ਕਿਹਾ, ਦੌਲਤ ਵੇਖੀ ਤਾਂ ਸਤਿਗੁਰੂ ਜੀ ਦਾ ਜਦੋਂ ਕਲਗੀ ਲੱਗੀ ਹੈ, ਤੋੜਾ ਲੱਗਾ ਹੈ, ਜਿਗਾ ਲੱਗਾ ਹੈ, ਘੋੜੇ ਤੇ ਸਵਾਰ ਨੇ, ਸ਼ਸਤਰ ਬੱਧ ਨੇ, ਰਾਜਾ ਮਹਾਰਾਜਾ ਵਾਲਾ ਸਰੂਪ ਹੈ। ਕਿਆ ਸੰਤ ਕੀ ਤੇ ਦੌਲਤ ਕੀ, ਸੰਤ ਕੀ ਤੇ ਇਸਤਰੀ ਕੀ, ਸੰਤ ਕੀ ਤੇ ਪੁੱਤਰ ਕੀ। ਜੀ ਇਹ ਮਨ ਦੇ ਵਿੱਚ ਜਦੋਂ ਇਹ ਫੁਰਨਾ ਫੁਰਿਆ ਤੇ ਉਹਨੇ ਆਪਣਾ ਫੁਰਨਾ, ਗੁਰੂ ਸਾਹਿਬ ਜੀ ਨੇ ਕਿਹਾ, ਦੌਲਤ ਜਿਹੜੀ ਹੈ ਨਾ ਇਹ ਗੁਜ਼ਰਾਨ ਹੈ, ਇਸਤਰੀ ਈਮਾਨ ਹੈ, ਪੁੱਤਰ ਨਿਸ਼ਾਨ ਹੈ, ਸੰਤ ਨਾ ਹਿੰਦੂ ਨਾ ਮੁਸਲਮਾਨ ਹੈ। ਉਹਨੇ ਕਿਹਾ ਵੀ ਸੰਤ ਇਹ ਹਿੰਦੂ ਹੈ ਤੇ ਇਹ ਇਵੇਂ ਜੇ ਸਰੂਪ ਜੇ ਇਸਤਰੀ ਹੈ, ਤੇ ਕਿਉਂਕਿ ਇਹ ਭਾਰਤ ਵਰਸ਼ ਵਿੱਚ ਇੱਕ ਇਹ ਬਹੁਤ ਵੱਡਾ ਦੁਖਾਂਤ ਰਿਹਾ ਵੀ ਜਿਹੜਾ ਸੰਤ ਹੁੰਦਾ ਸੀ ਉਹ ਗ੍ਰਸਤੀ ਨੂੰ ਤਿਆਗ ਦਿੰਦਾ ਸੀ, ਪਰਿਵਾਰ ਨੂੰ ਛੱਡ ਦਿੰਦਾ ਸੀ, ਸੰਸਾਰ ਨੂੰ ਛੱਡ ਦਿੰਦਾ ਸੀ, ਉਹ ਮੰਗ ਕੇ ਠੂਠਾ ਲੈ ਕੇ ਖਾਣਾ ਸ਼ੁਰੂ ਕਰ ਦਿੰਦਾ ਸੀ। ਤੇ ਗੁਰੂ ਸਾਹਿਬ ਜੀ ਨੇ ਨਹੀਂ ਕਿਹਾ, ਆਰਥਿਕ ਪੱਖੋਂ ਵੀ ਤਗੜਾ ਹੋਣਾ, ਆਤਮਕ ਪੱਖੋਂ ਵੀ ਬਲਵਾਨ ਹੋਣਾ। ਆਤਮਾ ਜਦੋਂ ਅੰਮ੍ਰਿਤ ਵੇਲੇ ਉੱਠਣਾ ਹੈ ਉਦੋਂ ਸ਼ਖਸੀ ਰਹਿਣੀ, ਜਪਜੀ ਜਾਪ ਤੋ ਪ੍ਰਸਾਦ ਇਲਾਹੀ ਬਾਣੀ ਦਾ ਪਾਠ, ਇਹ ਸਾਡੀ ਸ਼ਖਸੀ ਰਹਿਣੀ ਹੈ। ਉਸ ਤੋਂ ਬਾਅਦ ਜਦੋਂ ਗੁਰਦੁਆਰੇ ਆਉਣਾ ਹੈ ਤੇ ਰੇਸ਼ਮੀ ਕੱਪੜੇ ਦੇ ਨਾਲ ਜਦੋਂ ਅਸੀਂ ਜੋੜੇ ਸਾਫ਼ ਕਰਨੇ ਨੇ, ਇਹ ਸਾਡੀ ਸ਼ੂਦਰ ਰਹਿਣੀ ਹੈ। ਤੇ ਜਦੋਂ ਅਸੀਂ ਦੁਕਾਨਦਾਰੀ ਦਾ, ਠੇਕੇਦਾਰੀ ਦਾ ਕੰਮ ਨਿਭਾਉਣਾ ਹੈ, ਉਹ ਸਾਡਾ ਵੈਸ਼। ਤੇ ਜਦੋਂ ਕੋਈ ਜਰਵਾਣਾ ਆ ਪਵੇ ਭਾਰਤ ਨੂੰ ਲੁੱਟਣ ਲਈ, ਬਹੁ ਬੇਟੀਆਂ ਦੀ ਪੱਤਾਂ ਰੋਲਣ ਵਾਸਤੇ, ਉਦੋਂ ਫਿਰ ਮਿਆਨ ਚੋਂ ਕੁਰਬਾਨ ਬਾਹਰ ਆ ਜਾਣੀ ਚਾਹੀਦੀ ਹੈ। ਇਹ ਸਤਿਗੁਰੂ ਜੀ ਨੇ ਮੁਕੰਮਲ ਇਨਸਾਨ ਬਣਾਇਆ, ਅਧੂਰਾ ਨਹੀਂ ਛੱਡਿਆ। ਬਈ ਤੁਸੀਂ ਮਾਲਾ ਲੈ ਕੇ ਬੈਠੇ ਹੋ, ਜਾਪ ਕਰ ਰਹੇ ਹੋ, ਸਿਮਰਨ ਕਰ ਰਹੇ ਹੋ, ਜਰਵਾਣਾ ਆਵੇ ਤੇ ਤੁਹਾਨੂੰ ਲੁੱਟ ਪੁੱਟ ਕੇ ਲੈ ਜਾਵੇ, ਤੁਹਾਡੀਆਂ ਪੱਤਾਂ ਰੋਲ ਦੇਵੇ, ਇਹ ਨਹੀਂ। ਮੇਰੇ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਹਾ, ਦੌਲਤ ਜਿਹੜੀ ਹੈ ਗੁਜ਼ਰਾਨ ਹੈ,
पुत्र निशान है, इस्त्री ईमान है। जे संत की गल करो ना हिंदू ते ना मुसलमान है, ना हम हिंदू ना मुसलमान। अल्लाह राम के पिंड प्राण। ये गुरु नानक साहब महाराज जोत ही है। वो कहती है ना मैं हिंदू हाँ ते ना मुसलमान हाँ। हिंदू जिहड़ा है ना हिंदू ना मुसलमान, जिहड़ा संत है वो किसी कैटागिरी विच नहीं है, केवल वो परमात्मा दा प्यारा है। ना वो हिंदू है ते ना वो मुसलमान है, क्योंकि ये गुरु हरगोबिंद साहब महाराज दस रहे ने, समझा रहे ने। ताई भाई गुरदास जी ये कह रहे ने, दल भंजन गुर सूरमा। दलां दे दल तोड़न वाला, भंजन मीनस तोड़ देण वाला गुरु भी है ते सूरमा भी है। सूरमा वो है जिहड़ा जंग विच जूझदा है, जंगे मैदान दे विच औ ला देंदा। चार जंगां हुंदियां ने ते चार जंगां दे विच पातशाह जिहड़ा दुश्मन आउंदा है उहदे दंद खट्टे करके भेजदे ने। जहांगीर नूं जदों ये सत्ता जिहड़ी सी हरगोबिंद साहब महाराज दी भाई नहीं, पातशाह नूं बुलाया। पातशाह जदों आप आए ने, दिल्ली भी गए ने गुरु हरगोबिंद साहब महाराज। जदों आगरे जहांगीर नाल मेल जोल हुंदा है, सतगुरु हरगोबिंद साहब महाराज दा एडा तेज प्रताप है। इतिहासकार कहंदे ने, प्रताप तुम्हारा देख के जम दूत छड़ जाए। हरगोबिंद साहब महाराज दा एडा तेज प्रताप सी, जे जम भी किसी नूं लैण आए होण ना ते जम भी छड़ के चले जाण। समा चलदा गया। जे पृथ्वी चंद वर्गे, मेहरबान, सुलभी खां, ये सारे जेड़े ने गुरु घर दे दोखी ने, इन्हां ने इउं विउंत बनाई कि हरगोबिंद साहब महाराज तो जहांगीर बादशाह बड़ा प्रभावित हो गया सी। आगरे विच जो प्रभावित हो गया, इन्हां ने विउंत बनाई कि बड़े नेड़े हो गए ने जहांगीर बादशाह ते हरगोबिंद साहब महाराज। असी कुछ होर सोचिया, असी कुछ होर हो गया। बहुता लमेरा नहीं मैं कहांगा, टूक मात्र कहांगा, ग्वालियर के किले विच पहुंचा दिता गया। ग्वालियर के किले विच सतगुरु हरगोबिंद साहब महाराज जांदे ने ते उत्थों दे लोकां दी, राजे जिहड़े सन, राजे जिहड़े हुंदे सन, राज दी गल मैं चल रहा सी ना, राज सत्ता दी गल चल रही सी। ते जिहड़े मनोबल करके कमज़ोर हो गए, जिहड़े शस्त्रां नूं ना इस्तेमाल किया ते उन्हां दी ईन मन बैठे ते ईन मन लई, ते कईयां ने ईन मन लई, कईयां ने ना मन्नी। उन्हां नूं फड़ के ग्वालियर दे किले विच सुट दिता, बंदी बना लिया। जदों बंदी बना लिया ते उत्थे सड़ रहे ने। उस थां ते उन्हां दी बड़ी बुरी हालत है। हरगोबिंद साहब महाराज गए ने, उत्थे सत शुरू कर दिता। सत मीनस इलाही बाणी दा प्रवाह कर दिता शुरू, सिमरन शुरू कर दिता, बंदगी शुरू कर दी। इन्हां नूं आत्मा करके ताकत मिलनी शुरू हो गई, आत्मा करके बलवान होने शुरू हो गए। समा आया जहांगीर बादशाह वालों गुरु हरगोबिंद साहब महाराज नूं रिहाई दा, क्योंकि उस बीमार हो गया सी। साईं मियाँ मीर ने कहा, गुरु अर्जन साहब महाराज नूं तुसीं तत्तियां तवियां ते बैठा के शहीद किया। हुण हरगोबिंद साहब महाराज नूं ग्वालियर दे किले विच कैद किया ही, सत्ता दिया भुखिया, हुण तेरा बुरा हाल होवेगा। साईं मियाँ मीर ते बाबा बुढ़ा जी जदों ग्वालियर दे किले वल जांदे ने, इस ने जदों सुनिया दुख तन नूं लग गया ते रिहाई दा हुक्म दिता। हरगोबिंद साहब महाराज कहंदे ने मैं कल्ले ने नहीं इत्थों आउणा। ये जिहड़े इत्थे सड़ रहे ने, जिन्हां दा कोई कसूर नहीं है, इन्हां नूं भी रिहा नाल ही कीता जावे। हरगोबिंद साहब महाराज ने जदों ये बचन कहे ते जहांगीर वालों आदेश होया कि जिन्ने तुहाडा लड़ फड़ के आ सकदे। इत्थे 52 कलियां वाला पातशाह ने चोला सवाया ते 52 राजे सन। वो 52 दे 52 राजे एक एक कली फड़ के उस ग्वालियर दे किले विचों बाहर आ जाते हैं, जिन्हां दे विचों मैं निक्की जी एक होर बरीकी रख देवां। तारा चंद, ये भीम चंद दा दादा है। तारा चंद जिहड़ा भीम चंद दा दादा, ये भी 52 राजियां दे विच ही कैद होया सी ग्वालियर दे किले विच।
ਤੇ ਤਾਰਾ ਚੰਦ ਨੂੰ ਰਿਹਾ ਹਰਗੋਬਿੰਦ ਸਾਹਿਬ ਮਹਾਰਾਜ ਕਰਾਉਂਦੇ ਨੇ ਭੀਮ ਚੰਦ ਦੇ ਦਾਦੇ ਨੂੰ। ਤੇ ਭੀਮ ਚੰਦ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਜੰਗ ਕਰਦਾ ਹੈ। ਵੇਖੋ ਅਕਿਰਤ ਘਣੀ, ਕਿੰਨਾ ਅਕਿਰਤ ਘਣੀ ਹੈ। ਤਾਰਾ ਚੰਦ ਭੀਮ ਚੰਦ ਦਾ ਦਾਦਾ ਹੈ, 52 ਰਾਜਿਆਂ ਵਿੱਚ ਰਿਹਾ ਕਰਾ ਰਹੇ ਨੇ ਤੇ ਭੀਮ ਚੰਦ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨਾਲ ਜੰਗ ਕਰ ਰਿਹਾ। ਜਦੋਂ ਰਿਹਾਈ ਹੁੰਦੀ ਹੈ ਭੀਮ ਚੰਦ ਦੀ, ਮੈਂ ਗੱਲ ਕਹਿ ਕੇ ਇਸੇ ਪਾਸੇ ਫਿਰ ਆਵਾਂ, ਹਰਗੋਬਿੰਦ ਸਾਹਿਬ ਜੀ ਦਾ ਇਹ ਪ੍ਰਸੰਗ ਚੱਲ ਰਿਹਾ। ਜਦੋਂ ਰਿਹਾਈ ਹੁੰਦੀ ਹੈ 52 ਰਾਜੇ ਜਿਹੜੇ ਨੇ ਗੁਰੂ ਘਰ ਦੇ ਸ਼ਰਧਾਲੂ ਹੋ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਨਰਕ ਵਿੱਚੋਂ ਵੀ ਕੱਢਿਆ ਹੈ ਮੇਰੇ ਪਾਤਸ਼ਾਹ ਨੇ। ਗਵਾਲੀਅਰ ਦੇ ਕਿਲੇ ਵਿੱਚੋਂ ਜਦੋਂ ਆਉਂਦੇ ਨੇ ਵਾਪਸ, ਇਤਿਹਾਸਕਾਰ ਦੱਸਦੇ ਹਨ ਕਿ ਉਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਹਾਂਗੀਰ ਬਾਦਸ਼ਾਹ ਆਗਰੇ ਵਿੱਚ ਬੈਠੇ ਨੇ, ਆਪੋ ਆਪਣੇ ਤੰਬੂ ਲੱਗੇ ਨੇ। ਇੱਕ ਸਿੱਖ ਆਇਆ ਹੈ ਜਿਸ ਨੂੰ ਪਤਾ ਲੱਗਾ ਹੈ ਕਿ ਹਰਗੋਬਿੰਦ ਸਾਹਿਬ ਮਹਾਰਾਜ ਆਗਰੇ ਦੀ ਧਰਤੀ ਤੇ ਪਹੁੰਚੇ। ਇੱਕ ਪਾਸੇ ਜਹਾਂਗੀਰ ਬਾਦਸ਼ਾਹ ਦਾ ਤੰਬੂ ਲੱਗਾ ਹੈ, ਇੱਕ ਪਾਸੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ। ਗੁਰੂ ਸਾਹਿਬ ਜੀ ਨੇ ਕਿਹਾ ਜਹਾਂਗੀਰ ਅਸੀਂ ਤੇਰੇ ਕੋਲੋਂ ਤੰਬੂ ਦੂਰੀ ਤੇ ਲਾਵਾਂਗੇ। ਕਹਿਣ ਲੱਗੇ ਕਿਉਂ? ਕਿਆ ਤੇਰੇ ਪਾਸ ਇਹ ਅਹਿਲਕਾਰ ਤੇਰੀਆਂ ਜਿਹੜੀਆਂ ਨੇ ਅਹਿਲਕਾਰੀ ਹੈ, ਤੂੰ ਇੱਥੇ ਆਪਣੇ ਬੜੇ ਪਹਿਰੇ ਲਾਏ ਹੋਣੇ ਨੇ, ਸਿੱਖ ਆ ਨਹੀਂ ਸਕੜੇ, ਸਿੱਖਾਂ ਨੇ ਦਰਸ਼ਨ ਕਰਨੇ ਨੇ। ਤੇ ਜਹਾਂਗੀਰ ਨੇ ਕਿਹਾ ਸੀ ਹਰਗੋਬਿੰਦ ਸਾਹਿਬ ਮਹਾਰਾਜ ਮੈਂ ਆਪਣੇ ਪਹਿਰੇ ਸਾਰੇ ਹਟਾ ਦੇਣਾ, ਤੁਸੀਂ ਇੱਥੇ ਮੇਰੇ ਲਾਗੇ ਹੀ ਤੰਬੂ ਲਾਓ। ਸਾਰੇ ਪਹਿਰੇ ਹਟਾ ਦਿੱਤੇ ਗਏ। ਸਿੱਖ ਆਇਆ, ਉਹਨੇ ਘਾਹ ਦੀ ਪੰਡ ਲਈ ਕਿ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਾਸ ਘੋੜੇ ਨੇ, ਮੈਂ ਉਹਨਾਂ ਘੋੜਿਆਂ ਵਾਸਤੇ ਘਾਹ ਲੈ ਜਾਵਾਂ। 2 ਕਸੀਰੇ ਲਏ, ਕਿਉਂਕਿ ਸੁਰਤ ਮੈਡੀਟੇਸ਼ਨ ਜਿਹੜਾ ਹੈ ਨਾ, ਧਿਆਨ ਉੱਥੇ ਚਰਨਾਂ ਵਿੱਚ ਜੁੜਿਆ ਸੀ, ਕਿਸੇ ਸੀਰਤ ਵਿੱਚ, ਸੂਰਤ ਵਿੱਚ, ਤਸਵੀਰ ਵਿੱਚ ਨਹੀਂ। ਧਿਆਨ ਉਸ ਨਿਰੰਕਾਰ ਦੇ ਚਰਨਾਂ ਵਿੱਚ ਜੁੜਿਆ ਹੈ। ਤੇ ਕੀ ਹੈ, 2 ਤੰਬੂ ਲੱਗੇ ਨੇ, ਇੱਕ ਪਾਸੇ ਜਹਾਂਗੀਰ ਦਾ ਤੰਬੂ ਲੱਗਾ, ਘਾਹ ਦੀ ਪੰਡ ਰੱਖ ਦਿੱਤੀ, ਅੰਦਰ ਚਲੇ ਗਿਆ। ਜਹਾਂਗੀਰ ਬਾਦਸ਼ਾਹ ਨੇ ਵੀ ਪੱਗ ਬੰਨੀ ਹੋਈ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੀ ਪੱਗ ਬੰਨਦੇ ਨੇ, ਉਹ ਵੀ ਤੋੜਾ, ਉਹ ਵੀ ਕਲਗੀ ਬਾਦਸ਼ਾਹ ਵਾਲਾ ਸਰੂਪ ਉਹਨਾਂ ਦਾ ਵੀ। ਜਦੋਂ ਜਹਾਂਗੀਰ ਦੇ ਸਾਹਮਣੇ ਗਿਆ, ਇਹਨੇ ਅੱਖਾਂ ਭਰ ਕੇ ਉਸ ਨੂੰ ਵੇਖਿਆ ਨਹੀਂ ਤੇ ਨੀਵੇਂ ਨੇਤਰ ਕਰਕੇ, ਜਦੋਂ ਅਸੀਂ ਗੁਰੂ ਗੋਬਿੰਦ ਸਾਹਿਬ ਮਹਾਰਾਜ ਹਰਗੋਬਿੰਦ ਸਾਹਿਬ ਜੀ ਦੀ ਗੱਲ ਕਰ ਰਹੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਮੱਥਾ ਅਸੀਂ ਟੇਕਦੇ ਹਾਂ ਨਾ, ਹੱਥ ਜੋੜਨੇ ਆ, ਨੇਤਰ ਨੀਵੇਂ ਕਰਕੇ ਅੱਖਾਂ ਨੂੰ ਝੁਕਾ ਕੇ ਫਿਰ ਮੱਥਾ ਟੇਕਦੇ ਹਾਂ। ਜਿਹੜਾ ਸਿੱਖ ਹੈ, ਜਿਹੜਾ ਸ਼ਰਧਾ ਵਾਲਾ, ਹਰਗੋਬਿੰਦ ਸਾਹਿਬ ਜੀ ਨੂੰ ਇਹ ਸਿੱਖ ਐਵੇਂ ਮੱਥਾ ਟੇਕਣ ਲੱਗਿਆ ਨਹੀਂ, ਇਹ ਜਹਾਂਗੀਰ ਬਾਦਸ਼ਾਹ ਦੇ ਤੰਬੂ ਵਿੱਚ ਵੜ ਗਿਆ। ਵੇਖਿਆ ਅੱਗੇ ਬੈਠਾ, ਇਹ ਅਰਦਾਸ ਕਰਨ ਲੱਗਾ, ਬੇਨਤੀ ਕਰਨ ਲੱਗਾ, ਦੀਨ ਦੁਨੀਆ ਦੇ ਮਾਲਕਾ, ਜਿੱਥੇ ਇਸ ਲੋਕ ਦਾ ਸੁੱਖ ਦਿੱਤਾ ਹੈ, ਹਾਏ ਘਾਈ ਹੈ, 10 ਨੌਵਾਂ ਦੇ ਕਿਰਤ ਕਰਦਾ ਏ, ਕਿਆ ਦਾਤਿਆ ਜਿੱਥੇ ਇਸ ਲੋਕ ਦਾ ਸੁੱਖ ਦਿੱਤਾ ਏ, ਮੈਨੂੰ ਦੀਨ ਦੁਨੀਆ ਦੇ ਮਾਲਕਾ ਪਰਲੋਕ ਦਾ ਸੁੱਖ ਬਖਸ਼ੋ। ਜਹਾਂਗੀਰ ਸੁਣੀ ਗਿਆ, ਕੁਝ ਬੋਲਿਆ ਨਾ। ਅਰਦਾਸ ਕਰਕੇ ਵਾਪਸ ਉੱਠਣ ਲੱਗਾ ਤੇ ਵੇਖਦਾ ਹੈ ਤੇ ਕਹਿੰਦਾ ਹੈ ਮੈਂ ਜਹਾਂਗੀਰ ਬਾਦਸ਼ਾਹ ਸਿੱਖਾ, ਮੈਂ ਦੀਨ ਦੁਨੀਆ ਦੇ ਸੁੱਖ ਨਹੀਂ ਦੇ ਸਕਦਾ, ਮੈਂ ਦੁਨੀਆ ਦਾ ਸੁੱਖ ਦੇ ਸਕਦਾ, ਮੈਂ ਲੋਕ ਦਾ ਸੁੱਖ ਦੇ ਸਕਦਾ, ਪਰ ਲੋਕ ਦਾ ਨਹੀਂ। ਤੇ ਆਖਿਆ ਅੱਛਾ। ਉਸੇ ਵੇਲੇ 2 ਕਸੀਰੇ ਚੁੱਕ ਲਏ ਤੇ ਚੁੱਕ ਕੇ ਮੁੜਨ ਲੱਗਾ। ਕਹਿਣ ਲੱਗਾ ਤੇ ਤੂੰ ਭੇਟਾ ਕੀਤੇ ਨੇ? ਜਹਾਂਗੀਰ ਕਹਿੰਦਾ ਭੇਟਾ ਤੇ ਅੱਗੋਂ ਚੁੱਕੀ ਦੀ ਨਹੀਂ। ਕਹਿਣ ਲੱਗਾ ਇਹ ਮੇਰੇ 10 ਨੌਵਾਂ ਦੀ ਕਿਰਤ ਹੈ, ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਭੇਟਾ ਕਰਨੀ ਹੈ। ਕਹਿਣ ਲੱਗਾ 2 ਕਸੀਰੇ ਕਰਨੇ ਨੇ ਜਾਂ ਸੋਨੇ ਦੀਆਂ ਮੋਹਰਾਂ ਲੈ ਲੈ। 2 ਥੈਲੀਆਂ ਸੋਨੇ ਦੀਆਂ ਮੋਹਰਾਂ ਰੱਖ ਦਿੱਤੀਆਂ। ਫਿਰ ਉਹ ਸਿੱਖ ਕਸੀਰੇ ਜਿਹੜੇ ਚੁੱਕ ਕੇ ਕਹਿਣ ਲੱਗਾ ਇਹ ਮੇਰੇ 10 ਨੌਵਾਂ ਦੀ ਕਿਰਤ, ਮੇਰੇ ਖੂਨ ਪਸੀਨੇ ਦੀ ਕਿਰਤ ਕੀਤੀ ਹੋਈ ਹੈ, ਮੇਰੇ ਗੁਰੂ ਨੂੰ ਇਹ ਤੇਰੀਆਂ ਜਿਹੜੀਆਂ ਮੋਹਰਾਂ ਸੋਨੇ ਦੀਆਂ ਪਾਉਣੀਆਂ ਨਹੀਂ, ਇਹ ਪਤਾ ਨਹੀਂ ਕਿੰਨਿਆਂ ਦਾ ਤੂੰ ਲਹੂ ਗਰੀਬਾਂ ਦਾ ਚੂਸਿਆ ਹੋਇਆ ਹੈ, ਮੇਰੇ ਪਾਤਸ਼ਾਹ ਨੂੰ ਤੇ ਮੇਰੇ ਇਹ 2 ਕਸੀਰੇ ਹੀ ਪਾਉਣੇ ਨੇ। ਤੇ ਚੁੱਕ ਕੇ ਉਸੇ ਵੇਲੇ ਤੁਰ ਪਿਆ ਨਾਲ ਦੇ ਤੰਬੂ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਸਿੱਖ ਨੂੰ ਵੇਖ ਕੇ ਤੰਬੂ ਦੇ ਵਿੱਚੋਂ ਉੱਠੇ ਨੇ। ਆਪਾਂ ਪੜ੍ਹਦੇ ਹਾਂ ਨਾ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਤ ਹੈ। ਜਦੋਂ ਤੰਬੂ ਵਿੱਚ ਉੱਠੇ ਤੇ ਅੱਗੇ ਹੋਏ ਤੇ ਅੱਗੋਂ ਹੋ ਕੇ ਸਿੱਖ ਨੂੰ ਆਪਣੇ ਸੀਨੇ ਨਾਲ ਲਾ ਲਿਆ। ਕਿਆ ਧੰਨ ਸਿੱਖ ਤੇ ਧੰਨ ਗੁਰੂ ਦੀ ਸਿੱਖੀ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਇਹ ਅਸੀਂ ਅੱਜ ਜੋ ਗੁਰਤਾ ਗੱਦੀ
ਦਿਵਸ ਨੂੰ ਇਹ ਸਾਰਾ ਸਮਾਂ ਇਹ ਮੈਂ ਸਮਰਪਿਤ ਕੀਤਾ ਹੈ। ਮੈਂ ਇੰਨੀ ਗੱਲ ਫਿਰ ਕਹਿ ਕੇ ਮੈਂ ਆਪਣੇ ਬਚਨਾਂ ਨੂੰ ਵਿਰਾਮ ਦੇਣਾ ਕਿ ਗੁਰੂ ਮੇਰੇ ਨੇ ਕਿਹਾ ਸੀ, ਸ਼ਸਤਰ ਕੇ ਅਧੀਨ ਹੈ ਰਾਜ, ਜੋ ਨਾ ਧਰੈ ਤਿਸ ਬਿਗੜੈ ਕਾਜ। ਇਹ ਜਿਹੜਾ ਰਾਜ ਹੈ ਨਾ, ਸ਼ਸਤਰਾਂ ਦੇ ਨਾਲ ਲਿਆ ਜਾਣਾ, ਸ਼ਸਤਰਾਂ ਦੇ ਨਾਲ ਇਹਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ। ਜਬ ਹਮਰੇ ਦਰਸ਼ਨ ਕੋ ਆਵੋ ਬਾਨ ਸੁਚੇਤ ਤਨ ਸ਼ਸਤਰ ਸਜਾ। ਜਦੋਂ ਸਾਡੇ ਦਰਸ਼ਨਾਂ ਨੂੰ ਆਵੋ ਨਾ, ਉਦੋਂ ਨਿਸੈਨ ਸ਼ਸਤਰ ਬਸਤਰ ਸਾਰੇ ਸਜਾ ਕੇ ਆਓ, ਘੋੜੇ ਤੇ ਚੜ੍ਹ ਕੇ ਆਓ, ਤਿਆਰ ਪਰ ਤਿਆਰ ਹੋ ਕੇ ਆਓ, ਤੇ ਫਿਰ ਮੇਰੇ ਮਨ ਨੂੰ ਬੜੇ ਭਾਓਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।